एक ऐसा तरीका कि ਗਮਾਡਾ ਦੇ ਅਧਿਕਾਰੀ ਰਾਤੋਂ ਰਾਤ ਹੀ ਕਰੋੜਪਤੀ ਬਣ ਗਏ, ਪਰ ਉਹਨਾਂ ਦਾ ਨਾਮ ਹੁਣ ਗੁਨਾਹਗਾਰਾਂ ਦੀ ਸੂਚੀ ਦੇ ਵਿੱਚ ਆ ਗਿਆ। ਹੁਣ ਦੱਸ ਦਈਏ ਕਿ ਇਹ ਚਰਚਾ ਜਿਹੜੀ ਹੈ ਗਮਾਡਾ ਦੇ ਅਧਿਕਾਰੀਆਂ ਦੇ ਨਾਲ ਜੁੜੀ ਹੋਈ ਹੈ। ਆਪਣੀਆਂ ਪਤਨੀਆਂ ਦੇ ਨਾਮ ਉੱਤੇ ਜ਼ਮੀਨਾਂ ਖਰੀਦੀਆਂ, ਜ਼ਮੀਨਾਂ ਉੱਤੇ ਅਮਰੂਦਾਂ ਦੇ ਬਾਗ ਲਗਾਏ ਤੇ ਉਸ ਤੋਂ ਬਾਅਦ ਕਰੋੜਾਂ ਰੁਪਏ ਦੇ ਮੁਆਵਜ਼ੇ ਲੈ ਕੇ ਚੱਲਦੇ ਬਣੇ। ਉਸ ਤੋਂ ਬਾਅਦ ਹੁਣ FIR ਦਰਜ ਹੋਈ ਹੈ। 7 ਦੇ ਕਰੀਬ ਮੁਲਜ਼ਮ ਨੇ ਤੇ ਉਸ ਦੇ ਵਿੱਚ ਕਾਨੂੰਗੋ ਵੀ ਸ਼ਾਮਿਲ ਹੈ। ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਕਿ ਕਿੱਦਾਂ ਇਹ ਸਾਰਾ ਪਲਾਨ ਕੀਤਾ ਗਿਆ। ਹਾਲਾਂਕਿ ਗਮਾਡਾ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਤੇ ਕਿਹੜੀ ਨਹੀਂ, ਤੇ ਉਸ ਦੇ ਆਧਾਰ ਉੱਤੇ ਉਹਨਾਂ ਵੱਲੋਂ ਉਹ ਜ਼ਮੀਨਾਂ ਸੂਤਰਾਂ ਮੁਤਾਬਕ ਖਰੀਦ ਲਈਆਂ ਗਈਆਂ ਆਪਣੀਆਂ ਘਰ ਵਾਲੀਆਂ ਦੇ ਨਾਮ ਉੱਤੇ ਜਿਹੜੀਆਂ ਜ਼ਮੀਨਾਂ ਐਕਵਾਇਰ ਹੋਣੀਆਂ ਸੀ, ਤੇ ਉਹਨਾਂ ਜ਼ਮੀਨਾਂ ਦੇ ਉੱਤੇ ਅਮਰੂਦਾਂ ਦੇ ਬਾਗ ਲਗਾ ਕੇ ਆਉਣ ਵਾਲੇ 20 ਸਾਲਾਂ ਤੱਕ ਦਾ ਮੁਆਵਜ਼ਾ ਬਟੋਰ ਲਿਆ ਗਿਆ। ਇਸ ਦੇ ਵਿੱਚ ਫਿਰੋਜ਼ਪੁਰ ਦੇ DC ਰਾਜੇਸ਼ ਧੀਮਨ ਵੀ ਸ਼ਾਮਿਲ ਨੇ, ਜਿਨ੍ਹਾਂ ਨੇ ਆਪਣੀ ਪਤਨੀ ਜਸਮੀਨ ਦੇ ਨਾਂ ਦੇ ਉੱਤੇ ਕੁਝ ਜ਼ਮੀਨ ਖਰੀਦੀ ਜਿਹੜੀ ਐਕਵਾਇਰ ਹੋਣ ਵਾਲੀ ਸੀ, ਔਰ ਉਸ ਜ਼ਮੀਨ ਤੋਂ ਉਹਨਾਂ ਨੇ ਮੁਆਵਜ਼ਾ ਜਿਹੜਾ ਬਟੋਰਿਆ ਉਹ ਸੁਣ ਕੇ ਹੈਰਾਨ ਹੋ ਜਾਓਗੇ। 1,17,56,000 ਰੁਪਏ ਦਾ ਜਿਹੜਾ ਮੁਆਵਜ਼ਾ ਹੈ ਉਹ ਬਟੋਰ ਲਿਆ ਗਿਆ ਹੈ। ਆਉਣ ਵਾਲੇ 20 ਸਾਲ ਤੱਕ ਦਾ ਇਹ ਮੁਆਵਜ਼ਾ ਸੀ ਜਿਹੜਾ ਬਟੋਰਿਆ ਗਿਆ DC ਫਿਰੋਜ਼ਪੁਰ ਤੋਂ। DC ਫਿਰੋਜ਼ਪੁਰ ਰਾਜੇਸ਼ ਧੀਮਨ ਦੀ ਪਤਨੀ ਦੇ ਨਾਂ ਤੇ ਜ਼ਮੀਨਾਂ ਖਰੀਦੀਆਂ ਗਈਆਂ। DC ਫਿਰੋਜ਼ਪੁਰ ਜਿਹੜੇ ਰਾਜੇਸ਼ ਧੀਮਨ ਨੇ ਉਹ ਗਮਾਡਾ ਦੇ ਵਿੱਚ ਵੀ ਉੱਚ ਅਧਿਕਾਰੀ ਸੀ। 2016 ਤੋਂ 2020 ਤੱਕ ਦਾ ਜਿਹੜਾ ਸਮਾਂ ਹੈ, ਇਸ ਦੇ ਦੌਰਾਨ ਇਸ ਘੁਟਾਲੇ ਨੂੰ ਅੰਜਾਮ ਦੇ ਵਿੱਚ ਸੂਤਰਾਂ ਮੁਤਾਬਕ ਲਿਆਂਦਾ ਗਿਆ ਤੇ ਗਮਾਡਾ ਦੇ ਵਿੱਚ ਉੱਚ ਅਧਿਕਾਰੀ ਹੋਣ ਦੇ ਬਾਵਜੂਦ ਵੀ ਇਹ ਸਭ ਕੁਝ ਕੀਤਾ ਗਿਆ। ਹਾਲਾਂਕਿ ਗਮਾਡਾ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਹੁੰਦੀ ਹੈ ਕਿ ਕਿਹੜੀ ਜ਼ਮੀਨ ਹੁਣ ਐਕਵਾਇਰ ਹੋਵੇਗੀ ਸਰਕਾਰ ਵੱਲੋਂ, ਤੇ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦਿੰਦੀ ਹੈ ਉਸ ਜ਼ਮੀਨ ਦਾ। ਔਰ ਆਖਿਰਕਾਰ ਆਉਣ ਵਾਲੇ 20 ਸਾਲਾਂ ਦਾ ਮੁਆਵਜ਼ਾ ਲੈ ਕੇ ਕਈ ਉੱਚ ਅਧਿਕਾਰੀ ਚੱਲਦੇ ਬਣੇ ਨੇ, ਪਰ ਹੁਣ ਉਹਨਾਂ ਦਾ ਨਾਮ FIR ਦੇ ਵਿੱਚ ਸ਼ਾਮਿਲ ਕਰ ਲਿਆ ਗਿਆ। FIR ਦੇ ਵਿੱਚ ਸ਼ਾਮਿਲ ਹੈ ਰਾਜੇਸ਼ ਧੀਮਨ ਜਿਹੜੇ DC ਫਿਰੋਜ਼ਪੁਰ ਨੇ, ਤੇ ਪਤਨੀ ਜਸਮੀਨ ਦੇ ਨਾਮ ਉੱਤੇ ਜ਼ਮੀਨ ਖਰੀਦੀ ਤੇ ਅਮਰੂਦਾਂ ਦਾ ਬਾਗ ਲਗਾ ਦਿੱਤਾ। ਅਮਰੂਦਾਂ ਦੇ ਬਾਗ ਤੋਂ ਖੱਟ ਲਏ 1,17,00,000 ਰੁਪਏ। ਇੰਨਾ ਪੈਸਾ ਅਮਰੂਦਾਂ ਦੇ ਬਾਗ ਤੋਂ ਇਕੱਠਾ ਖੱਟ ਲਿਆ ਤੇ ਇਹ 20 ਸਾਲ ਦਾ ਮੁਆਵਜ਼ਾ ਸੀ ਜਿਹੜਾ ਕਿਸਾਨ ਨੂੰ ਦਿੱਤਾ ਜਾਣਾ ਸੀ, ਔਰ ਇਹ 20 ਸਾਲ ਦਾ ਮੁਆਵਜ਼ਾ ਆਪਣੀ ਜੇਬ 'ਚ ਪਾ ਕੇ ਤੇ ਚੱਲਦੇ ਬਣਨ ਲੱਗੇ ਸੀ ਕਿ ਨਾਲ ਹੀ ਭੇਤ ਖੁੱਲ ਗਏ। ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਇੱਕ ਨਵਾਂ ਤਰੀਕਾ ਅਖਤਿਆਰ ਕੀਤਾ ਗਿਆ। ਬੜੀ ਪਲੈਨਿੰਗ ਦੇ ਆਧਾਰ ਉੱਤੇ ਇਹ ਪੈਸੇ ਬਟੋਰੇ ਜਾ ਰਹੇ ਨੇ, ਪੈਸੇ ਹੜੱਪੇ ਜਾ ਰਹੇ ਨੇ। ਹਾਲਾਂਕਿ ਕਿਸਾਨਾਂ ਦੇ ਕੋਲ ਪੈਸੇ ਹੋਣੇ ਚਾਹੀਦੇ ਨੇ ਜ਼ਮੀਨਾਂ ਖਰੀਦ ਕੇ, ਤੇ ਉਸ ਤੋਂ ਬਾਅਦ ਕਰੋੜਾਂ ਰੁਪਏ ਆਪਣੀਆਂ ਜੇਬਾਂ ਦੇ ਵਿੱਚ ਪਾ ਲੈਂਦੇ ਨੇ। ਇਸ ਤਰ੍ਹਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਖੁਲਾਸੇ ਹੋ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਹ ਵੀ ਕੋਈ ਦੋ ਰਾਏ ਨਹੀਂ ਹੈ ਕਿ ਅਮਰੂਦ ਦਾ ਜਿਹੜਾ ਪੇੜ ਹੈ ਉਹ ਵਧਣ ਨੂੰ ਟਾਈਮ ਨਹੀਂ ਲੈਂਦਾ, ਜਿਸ ਵਾਸਤੇ 2016 ਤੋਂ 20 ਤੱਕ ਦੇ ਕਰੀਬ ਇਹ ਸਾਰਾ ਪਲਾਨ ਕੀਤਾ ਗਿਆ, ਇਹਨੂੰ ਐਗਜ਼ੀਕਿਊਟ ਕੀਤਾ ਗਿਆ। ਜ਼ਮੀਨਾਂ ਖਰੀਦੀਆਂ ਗਈਆਂ ਜਿਹੜੀਆਂ ਜ਼ਮੀਨਾਂ ਐਕਵਾਇਰ ਹੋਣੀਆਂ ਸੀ, ਤੇ ਉਸ ਉੱਤੇ ਛੇਤੀ ਵਧਣ ਫੁੱਲਣ ਵਾਲਾ ਅਮਰੂਦਾਂ ਦਾ ਪੇੜ ਲਗਾਇਆ ਗਿਆ। ਇੱਥੋਂ ਤੱਕ ਤਾਂ ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ PAU ਯਾਨੀ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਧਾਰ ਦੇ ਉੱਤੇ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ 1 ਏਕੜ ਦੇ ਵਿੱਚ ਘੱਟੋ ਘੱਟ ਗਿਣਤੀ ਦੇ ਵਿੱਚ ਜਿਹੜੇ ਪੇੜ ਲੱਗਣੇ ਨੇ ਉਹਨਾਂ ਦੇ ਉਲਟ ਜਾ ਕੇ ਪੇੜ ਲਗਾਏ ਗਏ ਨੇ। PAU ਦੀਆਂ ਹਦਾਇਤਾਂ ਦੇ ਅਨੁਸਾਰ 132 ਪੇੜ ਲੱਗਣੇ ਹੁੰਦੇ ਨੇ 1 ਏਕੜ ਦੀ ਜ਼ਮੀਨ ਦੇ ਵਿੱਚ, ਜਦਕਿ 1 ਏਕੜ ਦੀ ਜ਼ਮੀਨ ਦੇ ਵਿੱਚ 2000 ਤੱਕ ਦੇ ਕਰੀਬ 2500 ਤੱਕ ਦੇ ਕਰੀਬ ਪੇੜ ਜਿਹੜੇ ਹੈ ਅਮਰੂਦ ਦੇ ਉਹ ਲਗਾ ਦਿੱਤੇ ਗਏ। ਇੱਥੇ ਇਹ ਵੀ ਵੱਡਾ ਘੁਟਾਲਾ ਸਾਹਮਣੇ ਆ ਰਿਹਾ, ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਧ ਤੋਂ ਵੱਧ ਮੁਆਵਜ਼ਾ ਇਕੱਠਾ ਕਰਨ ਦਾ ਜਿਹੜਾ ਦੌੜ ਹੈ ਉਹ ਲੱਗ ਗਈ, ਜਿਹੜੀ ਹੋੜ ਹੈ ਉਹ ਲੱਗ ਗਈ, ਜਿਸ ਦੇ ਵਿੱਚ ਹੁਣ ਵੱਡੇ ਅਧਿਕਾਰੀ ਫਸਦੇ ਦਿਖਾਈ ਦੇ ਰਹੇ ਨੇ। ਗਮਾਡਾ ਦੇ ਉੱਚ ਅਧਿਕਾਰੀ ਜਿਹੜੇ ਨੇ ਫਸਦੇ ਦਿਖਾਈ ਦੇ ਰਹੇ ਨੇ, ਬਾਗਬਾਨੀ ਵਿਭਾਗ ਦੇ ਅਧਿਕਾਰੀ ਫਸਦੇ ਦਿਖਾਈ ਦੇ ਰਹੇ ਨੇ। ਇਸ ਪੂਰੇ ਮਾਮਲੇ ਨੂੰ ਲੈ ਕੇ ਇਹ ਨਵੀਂ ਕਿਸਮ ਦਾ ਘੁਟਾਲਾ ਜਿਹੜਾ ਉਹ ਬੇਪਰਦਾ ਹੋਇਆ। ਇਸ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਪੂਰਾ ਪਲਾਨ ਬਣਾਇਆ ਗਿਆ, ਕਿਸ ਤਰ੍ਹਾਂ ਵਿਉਂਤ ਬਣਾ ਕੇ ਇਹਨੂੰ ਐਗਜ਼ੀਕਿਊਟ ਕੀਤਾ ਗਿਆ, ਕਿਉਂਕਿ 2016 ਤੋਂ 2020 ਤੱਕ ਦਾ ਜ਼ਿਕਰ ਕੀਤਾ ਜਾ ਰਿਹਾ। 2016 ਤੋਂ 20 ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ। ਜ਼ਮੀਨਾਂ ਘਰ ਵਾਲੀਆਂ ਦੇ ਨਾਂ ਤੇ ਖਰੀਦੀਆਂ ਗਈਆਂ ਤੇ ਉਸ ਤੋਂ ਬਾਅਦ ਉੱਥੇ ਬਾਗ ਲਗਾਏ ਗਏ, ਤੇ ਉਸ ਤੋਂ ਬਾਅਦ ਉਹਨੂੰ ਜਦੋਂ ਸਰਕਾਰ ਆਈ ਐਕਵਾਇਰ ਕਰਨ ਵਾਸਤੇ ਤਾਂ ਉਸ ਉੱਤੋਂ ਮੋਟਾ ਮੁਆਵਜ਼ਾ ਵਸੂਲ ਲਿਆ ਗਿਆ। ਹੁਣ ਐਕਵਾਇਰ ਕਰਨੀਆਂ ਸੀ ਜ਼ਮੀਨਾਂ, ਇਹ ਤਾਂ ਪਤਾ ਸੀ ਗਮਾਡਾ ਦੇ ਅਧਿਕਾਰੀ ਹੈ, ਹੋਰ ਕਿਸੇ ਨੂੰ ਨਾ ਪਤਾ ਹੋਵੇ, ਗਮਾਡਾ ਦੇ ਅਧਿਕਾਰੀਆਂ ਨੂੰ ਜ਼ਰੂਰ ਪਤਾ ਹੁੰਦਾ ਹੈ। ਤੇ ਉਹ ਜ਼ਮੀਨਾਂ ਪਹਿਲਾਂ ਹੀ ਖਰੀਦ ਲਈਆਂ ਗਈਆਂ ਜਿਹੜੀਆਂ ਐਕਵਾਇਰ ਹੋਣੀਆਂ ਸੀ, ਔਰ ਇਸ ਤਰ੍ਹਾਂ ਦੇ ਘੁਟਾਲੇ ਨੂੰ ਅੰਜਾਮ 'ਚ ਲਿਆਂਦਾ ਗਿਆ। DC ਫਿਰੋਜ਼ਪੁਰ ਦਾ ਨਾਮ ਸਾਹਮਣੇ ਆ ਰਿਹਾ ਰਾਜੇਸ਼ ਧੀਮਨ ਦਾ, ਔਰ ਇਸ ਦੇ ਨਾਲ ਪਤਨੀ ਦੇ ਨਾਂ ਦੇ ਉੱਤੇ ਜਸਮੀਨ ਦੇ ਨਾਂ ਦੇ ਉੱਤੇ ਜ਼ਮੀਨ ਖਰੀਦੀ ਤੇ ਹਾਸਿਲ ਕਰ ਲਿਆ 1,17,56,000 ਰੁਪਏ ਦਾ ਮੁਆਵਜ਼ਾ।
ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾ ਬਣੀ ਹੋਈ ਹੈ ਕਿ ਆਖਿਰਕਾਰ ਇਹ ਕਿੱਥੇ ਕਿਸ ਹੱਦ ਤੱਕ ਜਾ ਕੇ ਰੁਕੇਗਾ, ਕਿਉਂਕਿ ਜ਼ਮੀਨਾਂ ਐਕਵਾਇਰ ਹੋਣ ਦੀਆਂ ਤਿਆਰੀਆਂ ਜਿਹੜੀਆਂ ਅਜੇ ਵੀ ਹੋ ਰਹੀਆਂ ਨੇ ਔਰ ਪਹਿਲਾਂ ਵੀ ਹੁੰਦੀਆਂ ਆਈਆਂ ਨੇ। ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ, ਗਮਾਡਾ ਦੇ ਆਪਣੇ ਅਧਿਕਾਰੀ ਹੀ ਇਹਨਾਂ ਘਪਲਿਆਂ ਦੇ ਵਿੱਚ ਫਸੇ ਹੋਏ ਨੇ, ਤਾਂ ਹੋਰ ਕਿਸੇ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਨੇ। FIR ਦਰਜ ਹੋਈ ਹੈ, ਕਾਨੂੰਗੋ ਸਮੇਤ 7 ਦੇ ਕਰੀਬ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਖਿਲਾਫ FIR ਦਰਜ ਕਰ ਲਈ ਗਈ ਹੈ ਔਰ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ। ਗਮਾਡਾ ਆਪਣੇ ਆਪ ਦੇ ਵਿੱਚ ਹੁਣ ਫਸਦਾ ਨਜ਼ਰ ਆ ਰਿਹਾ, ਗਮਾਡਾ ਦੇ ਅਧਿਕਾਰੀ ਫਸਦੇ ਨਜ਼ਰ ਆ ਰਹੇ ਨੇ। PAU ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ ਔਰ ਉਸ ਆਧਾਰ ਦੇ ਉੱਤੇ ਕਰੋੜਾਂ ਰੁਪਏ ਦਾ ਮੁਆਵਜ਼ਾ ਆਪਣੀ ਜੇਬ 'ਚ ਪਾ ਲਿਆ ਗਿਆ। ਕਿਸਾਨਾਂ ਦੀ ਜਿਹੜੀ ਬਣਦੀ ਰਕਮ ਸੀ ਉਹ ਆਪਣੀ ਜੇਬਾਂ 'ਚ ਪਾ ਲਈ ਗਈ ਹੈ, ਕਿਸਾਨਾਂ ਦੀ ਮਿਹਨਤ ਆਪਣੀ ਜੇਬਾਂ 'ਚ ਪਾ ਲਈ ਗਈ ਹੈ ਔਰ ਰਾਤੋਂ ਰਾਤ ਕਰੋੜਪਤੀ ਬਣ ਗਏ ਨੇ ਗਮਾਡਾ ਦੇ ਅਧਿਕਾਰੀ। ਬਿਜ਼ਨਸਮੈਨ ਵੱਲੋਂ ਬਿਜ਼ਨਸਮੈਨ ਵਰਗਾ ਫਾਰਮੂਲਾ ਅਪਣਾ ਕੇ ਇਸ ਚੀਜ਼ ਨੂੰ, ਇਸ ਪਲਾਨ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਤੇ ਨਾਲ ਦੀ ਨਾਲ ਹੀ ਪੈਸੇ ਆਪਣੀ ਬੋਝੇ 'ਚ ਪਾ ਕੇ ਚੱਲਦੇ ਬਣਨ ਲੱਗੇ ਸੀ ਕਿ FIR ਦਰਜ ਹੋ ਗਈ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਜੋ ਕੁਝ ਵੀ ਹੁੰਦਾ ਹੈ, ਜੋ ਆਉਣ ਵਾਲੇ ਵਕਤ ਵਿੱਚ ਕਾਰਵਾਈ ਹੁੰਦੀ ਹੈ, ਉਹ ਵੀ ਤੁਹਾਡੇ ਸਾਹਮਣੇ ਰੱਖਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਨਾਲ। Subscribe to One India channel and never miss an update.